ਲੱਖਾ ਸਿਧਾਣਾ, ਸੋਨੀਆ ਮਾਨ, ਜਸ ਬਾਜਵਾ ਤੇ ਹੋਰ ਕਈ ਵੱਡੇ ਲੀਡਰਾਂ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲੇ ਦਰਜ ਕੀਤੇ ਗਏ ਨੇ। ਕੱਲ ਚੰਡੀਗੜ੍ਹ ਦੇ ਵਿੱਚ ਅੰਦੋਲਨ ਦਾ ਵੱਡਾ ਦਿਨ ਰਿਹਾ। ਲੱਖਾ ਸਿਧਾਣਾ ਦੇ ਉੱਤੇ 4 ਮਾਮਲੇ ਦਰਜ ਕੀਤੇ ਗਏ ਨੇ। ਚੰਡੀਗੜ੍ਹ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਵਾਲੇ ਲੱਖਾ ਸਿਧਾਣਾ, ਸੋਨੀਆ ਮਾਨ, ਜਸ ਬਾਜਵਾ ਤੇ ਹੋਰ ਕਈ ਵੱਡੇ ਲੀਡਰਾਂ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲੇ ਦਰਜ ਕੀਤੇ ਗਏ ਨੇ। ਕੱਲ ਚੰਡੀਗੜ੍ਹ ਦੇ ਵਿੱਚ ਅੰਦੋਲਨ ਦਾ ਵੱਡਾ ਦਿਨ ਰਿਹਾ। ਕਿਸਾਨਾਂ ਦੇ ਵੱਡੇ ਕਾਫਲੇ ਚੰਡੀਗੜ੍ਹ ਪਹੁੰਚੇ, ਜਿੱਥੇ ਕਿ ਹੁਣ ਲੱਖਾ ਸਿਧਾਣਾ ਦੇ ਉੱਤੇ 4 ਮਾਮਲੇ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ ਸੋਨੀਆ ਮਾਨ, ਜਸ ਬਾਜਵਾ ਤੇ ਹੋਰ ਕਈ ਵੱਡੇ ਲੀਡਰਾਂ ਦੇ ਉੱਤੇ ਮਾਮਲੇ ਦਰਜ ਹੋਏ ਨੇ। ਇਕੱਲੇ ਲੱਖਾ ਸਿਧਾਣਾ ਦੇ ਉੱਤੇ ਹੀ 4 ਮਾਮਲੇ ਦਰਜ ਹੋਏ ਨੇ। ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚੇ ਦਰਜ ਕੀਤੇ ਗਏ ਨੇ। ਕਿਹਾ ਗਿਆ ਕਿ ਕਿਸਾਨਾਂ ਨੂੰ ਭੜਕਾਉਣ ਤੇ ਨਾਲ ਦੀ ਨਾਲ ਹੀ ਪੁਲਿਸ ਦੀ ਕਾਰਵਾਈ ਦੇ ਵਿੱਚ ਵਿਘਨ ਪਾਉਣ ਦੇ ਧਾਰਾਵਾਂ ਦੇ ਤਹਿਤ ਇਹ ਮਾਮਲੇ ਦਰਜ ਹੋਏ ਨੇ, ਕਿਉਂਕਿ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨ ਅੰਦੋਲਨ ਦਾ ਵੱਡਾ ਦਿਨ ਸੀ। ਚੰਡੀਗੜ੍ਹ ਦੇ ਵਿੱਚ ਵੱਡੇ ਕਾਫਲੇ ਕਿਸਾਨਾਂ ਦੇ ਪਹੁੰਚੇ ਹੋਏ ਸਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਕਿਸਾਨ ਚੰਡੀਗੜ੍ਹ ਪਹੁੰਚੇ, ਕਿਉਂਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਕਿਹਾ ਗਿਆ ਸੀ ਕਿ 26 ਜੂਨ ਨੂੰ 7 ਮਹੀਨੇ ਪੂਰੇ ਹੋ ਗਏ ਨੇ ਕਿਸਾਨੀ ਅੰਦੋਲਨ ਨੂੰ, ਤੇ ਖੇਤੀ ਬਚਾਓ ਲੋਕਤੰਤਰ ਬਚਾਓ ਦਿਹਾੜਾ ਮਨਾਇਆ ਜਾਣਾ ਸੀ। ਰਾਜਪਾਲ ਨੂੰ ਮੰਗ ਪੱਤਰ ਸੌਂਪਣਾ ਸੀ। ਇਸੇ ਤਹਿਤ ਹੀ ਪੰਜਾਬ ਤੋਂ ਵੱਡੇ ਕਾਫਲੇ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਬੈਰੀਗੇਡਿੰਗ ਕੀਤੀ ਗਈ ਸੀ ਤੇ ਕਿਸਾਨ ਇਹਨਾਂ ਬੈਰੀਗੇਡਾਂ ਨੂੰ ਟੱਪਦੇ ਹੋਏ ਅੱਗੇ ਪਹੁੰਚੇ। ਇਸ ਅੰਦੋਲਨ ਦੇ ਦੌਰਾਨ ਪੁਲਿਸ ਤੇ ਕਿਸਾਨਾਂ ਦੀ ਧੱਕਾ ਮੁੱਕੀ ਵੀ ਹੋਈ। ਕਈ ਥਾਵਾਂ ਤੇ ਕਿਸਾਨਾਂ ਦੀਆਂ ਪੱਗਾਂ ਤੱਕ ਲੱਥ ਗਈਆਂ, ਕਿਉਂਕਿ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਇੰਤਜ਼ਾਮ ਕੀਤੇ ਹੋਏ ਸਨ। ਪਰ ਕਿਸਾਨ ਜੋ ਨੇ ਬੈਰੀਗੇਡ ਟੱਪਦੇ ਹੋਏ ਅੱਗੇ ਵਧੇ। ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਹੋਇਆ ਸੀ। ਪੰਜਾਬ ਦੇ, ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਸਨ, ਜਿਸ ਦੇ ਵਿੱਚ ਕਿ ਲੱਖਾ ਸਿਧਾਣਾ, ਸੋਨੀਆ ਮਾਨ, ਜਸ ਬਾਜਵਾ ਤੇ ਹੋਰ ਵੀ ਕਈ ਵੱਡੇ ਲੀਡਰ ਪਹੁੰਚਦੇ ਨੇ। ਤੇ ਹੁਣ ਇਹਨਾਂ ਦੇ ਖਿਲਾਫ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਕਿਸਾਨਾਂ ਨੂੰ ਭੜਕਾਉਣ ਤੇ ਪੁਲਿਸ ਦੀ ਕਾਰਵਾਈ ਦੇ ਵਿੱਚ ਵਿਘਨ ਪਾਉਣ ਦੀ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਹੋਏ ਨੇ। ਵੱਖ-ਵੱਖ ਧਾਰਾਵਾਂ ਦੇ ਤਹਿਤ ਲੱਖਾ ਸਿਧਾਣਾ ਦੇ ਉੱਤੇ 4 ਮਾਮਲੇ ਦਰਜ ਕੀਤੇ ਗਏ ਨੇ। ਦੱਸ ਦਈਏ ਕਿ ਲੱਖਾ ਸਿਧਾਣਾ, ਜਸ ਬਾਜਵਾ ਤੇ ਸੋਨੀਆ ਮਾਨ ਦਿੱਲੀ ਦੀਆਂ ਸਰਹੱਦਾਂ ਤੇ ਵੀ ਕਿਸਾਨੀ ਮੋਰਚੇ ਦੇ ਵਿੱਚ ਡਟੇ ਹੋਏ ਨੇ। ਲਗਾਤਾਰ ਉਹਨਾਂ ਦੀ ਸ਼ਮੂਲੀਅਤ ਜੋ ਹੈ ਦੇਖਣ ਨੂੰ ਮਿਲ ਰਹੀ ਹੈ, ਤੇ ਇਸੇ ਤਹਿਤ ਹੀ ਉਹ ਕੱਲ ਚੰਡੀਗੜ੍ਹ ਦੇ ਵਿੱਚ ਵੀ ਪਹੁੰਚੇ ਸਨ। ਤੇ ਜਸ ਬਾਜਵਾ ਦੇ ਨਾਲ ਸਾਡੇ ਪੱਤਰਕਾਰ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਸੀ। ਉਹਨਾਂ ਕਿਹਾ ਸੀ ਕਿ ਕਿਸੇ ਸੀਨੀਅਰ ਅਧਿਕਾਰੀ ਦਾ ਉਹਨਾਂ ਨੂੰ ਫੋਨ ਆਉਂਦਾ ਤੇ ਕਿਹਾ ਜਾਂਦਾ ਹੈ ਕਿ ਉਹ ਧਰਨੇ ਦੇ ਵਿੱਚ ਸ਼ਾਮਿਲ ਨਾ ਹੋਵੇ, ਕਿਉਂਕਿ ਕੋਈ ਗੜਬੜੀ ਹੋ ਸਕਦੀ ਹੈ। ਪਰ ਜਸ ਬਾਜਵਾ ਨੇ ਕਿਹਾ ਸੀ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਕਿਸਾਨੀ ਮੋਰਚੇ ਦੇ ਨਾਲ ਜੁੜੇ ਰਹਿਣਗੇ। ਨੌਜਵਾਨ ਪੀੜ੍ਹੀ ਜੋ ਹੈ ਇਸੇ ਤਰ੍ਹਾਂ ਕਿਸਾਨੀ ਮੋਰਚੇ ਨੂੰ सहयोग करती रहेगी, ਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਇਹ ਮੋਰਚਾ ਇਸੇ ਤਰ੍ਹਾਂ ਹੀ ਲੱਗਿਆ ਰਹੇਗਾ। ਕੱਲ ਚੰਡੀਗੜ੍ਹ ਦੇ ਵਿੱਚ ਵੱਡਾ ਦਿਨ ਸੀ, ਕਿਉਂਕਿ ਕਿਸਾਨਾਂ ਦਾ ਹੜ ਜੋ ਸੀ ਦੇਖਣ ਨੂੰ ਮਿਲਿਆ। ਮੋਹਾਲੀ ਤੋਂ ਕਿਸਾਨਾਂ ਨੇ ਚੰਡੀਗੜ੍ਹ ਨੂੰ ਕੂਚ ਕੀਤਾ, ਉਧਰੋਂ ਹੀ ਪੰਚਕੂਲਾ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿੱਥੇ ਕਿ ਕਿਸਾਨਾਂ ਦੇ ਵੱਡੇ ਕਾਫਲੇ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵਧੇ ਸਨ। ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਸੀ। ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ ਸੀ। ਇੱਕ ਕਿਸਾਨ ਇਸ ਦੇ ਵਿੱਚ ਜ਼ਖਮੀ ਵੀ ਹੋਇਆ ਸੀ, ਜੋ ਕਿ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਸੀ। ਤਾਂ ਹੁਣ ਇਸੇ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਮਾਮਲੇ ਦਰਜ ਕੀਤੇ ਗਏ ਨੇ ਲੱਖਾ ਸਿਧਾਣਾ ਦੇ ਉੱਤੇ, जिस दी के गिरफ्तारी दे उत्ते कल ही रोक लगाई गई है। 3 जुलाई तक ਲੱਖਾ ਸਿਧਾਣਾ की गिरफ्तारी दे उत्ते रोक लगा दी गई है, क्योंकि अदालत के आदेश ने दिल्ली पुलिस को हदायत कर दी गई है कि 3 जुलाई तक ਲੱਖਾ ਸਿਧਾਣਾ ਨੂੰ गिरफ्तार नहीं किया जा सकता। लाल किला हिंसा मामले ਨੂੰ ਲੈ ਕੇ ਹੀ ਲੱਖਾ ਸਿਧਾਣਾ ਨੂੰ गिरफ्तार किया जाना सी, पर उन्हां दे वकील दे ਵੱਲੋਂ दलील दी गई सी अदालत दे विच कि जदों ये पूरा घटनाक्रम वापरदा तां ਲੱਖਾ ਸਿਧਾਣਾ उत्थे मौजूद नहीं सी, जिस नूं देखदे होए अदालत दे ਵੱਲੋਂ ਲੱਖਾ ਸਿਧਾਣਾ ਦੀ गिरफ्तारी दे उत्ते 3 जुलाई तक रोक लगा दी गई है। पर ਲੱਖਾ ਸਿਧਾਣਾ कल दे चंडीगढ़ अंदोलन दे विच शमूलियत करदा, उत्थे पहुंचदा है, जिथे कि पुलिस दे ਵੱਲੋਂ उस दे खिलाफ 4 मामले दर्ज किए गए हैं। ਵੱਖ-ਵੱਖ ਧਾਰਾਵਾਂ ਦੇ ਤਹਿਤ मामले दर्ज किए गए हैं। किसानों ਨੂੰ ਭੜਕਾਉਣ ਦੇ ਨਾਲ ਦੀ ਨਾਲ ਹੀ ਪੁਲਿਸ ਦੀ ਕਾਰਵਾਈ ਦੇ ਵਿੱਚ ਵਿਘਨ ਪਾਉਣ ਦੀਆਂ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ ਸੋਨੀਆ ਮਾਨ ਜੋ ਕਿ ਲਗਾਤਾਰ ਕਿਸਾਨੀ ਮੋਰਚੇ ਦੇ ਵਿੱਚ ਡਟੀ ਹੋਈ ਹੈ। ਇਸ ਤੋਂ ਇਲਾਵਾ ਜਸ ਬਾਜਵਾ, ਇਹ ਸਾਰੇ ਜੋ ਕਲਾਕਾਰ ਨੇ ਇਹ ਲਗਾਤਾਰ ਕਿਸਾਨੀ ਅੰਦੋਲਨ ਨੂੰ ਹਮਾਇਤ ਕਰ ਰਹੇ ਨੇ, ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਤੇ ਇਹਨਾਂ ਦੀ ਸ਼ਮੂਲੀਅਤ ਕੱਲ ਦੇ ਧਰਨੇ ਦੇ ਵਿੱਚ ਵੀ ਸੀ, ਜਿੱਥੇ ਕਿ ਪੱਤਰਕਾਰ ਸਾਡੇ ਦੇ ਵੱਲੋਂ ਕੱਲ ਵੀ ਜਸ ਬਾਜਵਾ ਦੇ ਨਾਲ ਗੱਲਬਾਤ ਕੀਤੀ ਗਈ ਸੀ। ਉਹਨਾਂ ਕਿਹਾ ਸੀ ਕਿ ਅਧਿਕਾਰੀ ਦਾ ਫੋਨ ਆਉਂਦਾ ਪਹਿਲਾਂ ਧਰਨੇ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤੇ ਕਿਹਾ ਜਾਂਦਾ ਹੈ ਕਿ ਧਰਨੇ ਦੇ ਵਿੱਚ ਸ਼ਾਮਿਲ ਨਾ ਹੋਵੇ, ਪਰ ਉਹਨਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਕਿਸਾਨੀ ਮੋਰਚੇ ਦਾ ਹਿੱਸਾ ਬਣੇ ਰਹਿਣਗੇ। ਤਾਂ ਚੰਡੀਗੜ੍ਹ ਦੇ ਵਿੱਚ ਕੱਲ ਜੋ ਅੰਦੋਲਨ ਰਿਹਾ, ਕਿਸਾਨੀ ਅੰਦੋਲਨ ਦੇ ਲਈ ਇਹ ਵੱਡਾ ਦਿਨ ਸੀ। ਇਸ ਦੇ ਵਿੱਚ ਵੱਡੇ ਲੀਡਰ ਜੋ ਨੇ ਬਲਬੀਰ ਸਿੰਘ ਰਾਜੇਵਾਲ, रुलदू मानसा, मनजीत राय, होर कई वड्डे आगुआं दे वल्लों शमूलियत की गई सी। ते इसे दे विच ही ਲੱਖਾ ਸਿਧਾਣਾ भी पहुंचदा है, जो कि दिल्ली दे विच भी किसानी मोर्चे के दौरान डटिया होया सी। ते कल दे अंदोलन दे विच भी शमूलियत की जाती है, जिस तो बाद पुलिस के वलों 4 मामले दर्ज कर लै जाते हैं। कल ही खेतीबाड़ी मंत्री का भी बयान आता है कि किसान जो ने अंदोलन नूं खत्म कर देण ते किसानां दे नाल सरकार गलबात करन नूं तैयार है। अजिहे बेतुके बयान जां जिन्हां दा कोई अर्थ नहीं है, अजिहे बयान लगातार खेतीबाड़ी मंत्री तोमर दे वलों दित्ते जा रहे हैं, पर
ਕਿਸਾਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਹੋਈ ਨਜ਼ਰ ਆ ਰਹੀ। ਇਸੇ ਨੂੰ ਦੇਖਦੇ ਹੋਏ ਹੀ 26 ਮਈ ਨੂੰ ਕਿਸਾਨਾਂ ਨੇ ਕਾਲਾ ਦਿਵਸ ਮਨਾਇਆ ਸੀ ਤੇ 26 ਜੂਨ ਨੂੰ ਕਿਸਾਨਾਂ ਦੇ ਵੱਲੋਂ ਖੇਤੀ ਬਚਾਓ ਲੋਕਤੰਤਰ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਕੱਲ ਰਾਜਪਾਲ ਨੂੰ ਮੰਗ ਪੱਤਰ ਸੌਂਪਣਾ ਸੀ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੋਹਾਲੀ ਤੋਂ ਪੰਚਕੂਲਾ ਤੋਂ ਕੂਚ ਕਰਦੇ ਹੋਏ ਚੰਡੀਗੜ੍ਹ ਨੂੰ ਪਹੁੰਚੇ ਸਨ ਤੇ ਕੱਲ ਹੀ ਲੱਖਾ ਸਦਾਣਾ ਤੇ ਇਸੇ ਪੂਰੇ ਅੰਦੋਲਨ ਤੋਂ ਬਾਅਦ ਲੱਖਾ ਸਦਾਣਾ, ਸੋਨੀਆ ਮਾਨ ਤੇ ਜਸ ਬਾਜਵਾ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। ਹੋਰ ਵੀ ਕਈ ਵੱਡੇ ਲੀਡਰਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। ਪਰ ਹੁਣ ਜੇ ਗੱਲ ਕਰ ਲਈ ਜਾਵੇ ਤਾਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਬੈਠੇ ਹੋਇਆਂ ਨੂੰ 7 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ। ਕੱਲ 7 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਪਰ ਸਰਕਾਰ ਦੇ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ। 22 ਜਨਵਰੀ ਦੀ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਗੱਲਬਾਤ ਹੋਈ ਹੈ। 11 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਇਹ ਮਸਲਾ ਹਾਲੇ ਕੋਈ ਹੱਲ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। 26 ਜਨਵਰੀ ਨੂੰ ਜੋ ਘਟਨਾਕ੍ਰਮ ਵਾਪਰਦਾ ਉਸ ਤੋਂ ਬਾਅਦ ਹੁਣ ਸਰਕਾਰ ਦੀ ਕਿਸਾਨਾਂ ਦੇ ਨਾਲ ਕੋਈ ਵੀ ਮੀਟਿੰਗ ਨਹੀਂ ਹੋਈ ਹੈ ਤੇ ਕੋਈ ਵੀ ਮਸਲੇ ਦਾ ਹੱਲ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਇਸੇ ਨੂੰ ਲੈ ਕੇ ਹੀ ਕਿਸਾਨਾਂ ਦੇ ਵਿੱਚ ਗੁੱਸਾ ਹੈ, ਰੋਸ ਹੈ ਤੇ ਕੱਲ 26 ਜੂਨ ਨੂੰ ਖੇਤੀ ਬਚਾਓ ਲੋਕਤੰਤਰ ਦਿਹਾੜਾ ਮਨਾਇਆ ਗਿਆ ਸੀ। ਇਸੇ ਤਹਿਤ ਹੀ ਚੰਡੀਗੜ੍ਹ ਦੇ ਵਿੱਚ ਕਿਸਾਨ ਪਹੁੰਚੇ ਹੋਏ ਸਨ, ਜਿਸ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਬੈਰੀਕੇਡਿੰਗ ਵੀ ਕੀਤੀ ਹੋਈ ਸੀ ਤੇ ਨਾਲ ਦੀ ਨਾਲ ਹੀ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ। ਇਸ ਦੇ ਵਿੱਚ ਹੀ ਲੱਖਾ ਸਦਾਣਾ, ਸੋਨੀਆ ਮਾਨ ਤੇ ਜਸ ਬਾਜਵਾ ਵੀ ਪਹੁੰਚਦੇ ਨੇ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਦਿੱਲੀ ਵੀ ਬੈਠੇ ਹੋਏ ਨੇ ਧਰਨੇ ਦੇ ਵਿੱਚ ਤੇ ਕੱਲ ਵੀ ਪਹੁੰਚੇ ਹੋਏ ਸਨ। ਪਰ ਉਹਨਾਂ ਦੇ ਉੱਤੇ ਹੀ ਪਰਚੇ ਦਰਜ ਕੀਤੇ ਗਏ ਨੇ, ਉਹਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। ਲੱਖਾ ਸਦਾਣਾ ਦੇ ਉੱਤੇ 4 ਮਾਮਲੇ ਦਰਜ ਹੋਏ ਨੇ। ਪੁਲਿਸ ਦੀ ਕਾਰਵਾਈ ਦੇ ਵਿੱਚ ਵਿਘਨ ਪਾਇਆ ਤੇ ਲੋਕਾਂ ਨੂੰ ਭੜਕਾਉਣ ਦੇ ਇਲਜ਼ਾਮ ਲੱਗੇ ਨੇ। ਕਈ ਧਾਰਾਵਾਂ ਦੇ ਤਹਿਤ ਇਹ ਮਾਮਲੇ ਦਰਜ ਹੋਏ ਨੇ। ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਦੇ ਵਿੱਚ ਲੱਖਾ ਸਦਾਣਾ ਦੇ ਖਿਲਾਫ ਧਾਰਾ 186, 180, 332, 147, 148 ਤੇ 149 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ। ਇਸ ਤੋਂ ਇਲਾਵਾ ਸੋਨੀਆ ਮਾਨ ਤੇ ਜਸ ਬਾਜਵਾ ਦੇ ਖਿਲਾਫ 147, 148, 149, 186, 188, 332, 341 ਤੇ 353 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪਰ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਜਦੋਂ ਤੱਕ ਇਹ ਮੋਰਚਾ ਜਿੱਤ ਨਹੀਂ ਲੈਂਦੇ, ਉਦੋਂ ਤੱਕ ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਏਗਾ। ਮੋਰਚਾ ਫਤਿਹ ਕਰਕੇ ਹੀ ਕਿਸਾਨ ਘਰਾਂ ਨੂੰ ਪਰਤਣਗੇ, ਕਿਉਂਕਿ ਲੰਮਾ ਸਮਾਂ ਬੀਤ ਚੁੱਕਿਆ ਹੈ। ਕਿਸਾਨ ਜੋ ਨੇ ਮੋਰਚਾ ਖੋਲੀ ਬੈਠੇ ਨੇ ਪਰ ਸਰਕਾਰ ਜੋ ਹੈ ਹਾਲੇ ਇਸ ਦਾ ਕੋਈ ਹੱਲ ਨਹੀਂ ਕਰ ਰਹੀ, ਕੋਈ ਸਰਕਾਰ ਗੱਲਬਾਤ ਨਹੀਂ ਕਰ ਰਹੀ ਹੈ। ਪਰ ਕਿਸਾਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਨਹੀਂ ਮੁੜਨਗੇ। ਅਜਿਹੇ ਦਿਹਾੜੇ, ਅਜਿਹੇ ਦਿਨ ਇਸੇ ਤਰ੍ਹਾਂ ਹੀ ਮਨਾਏ ਜਾਂਦੇ ਰਹਿਣਗੇ।